ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਵਿੱਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 9th ਦਾ ਸੈਂਪਲ ਪੇਪਰ। ਇੱਕ ਸੈਂਪਲ ਪੇਪਰ ਮੈਂ 3-4 ਦਿਨ ਪਹਿਲਾਂ ਹੀ ਅਪਲੋਡ ਕੀਤਾ ਸੀ, ਉਹ ਵੀ ਤੁਸੀਂ ਜਾ ਕੇ ਦੇਖ ਲੈਣਾ ਜ਼ਰੂਰ, ਕਿਉਂਕਿ ਪੰਜਾਬ ਦੇ ਕਈ ਡਿਸਟ੍ਰਿਕਟ ਦੇ ਵਿੱਚ ਪੇਪਰ ਜਿਹੜੇ ਨੇ ਉਹ ਸਾਇੰਸ ਦਾ ਹੋ ਚੁੱਕਿਆ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਣਾ ਬਾਕੀ ਹੈ। ਸੋ ਜਿਨ੍ਹਾਂ ਸਟੂਡੈਂਟ ਦਾ ਪੇਪਰ ਹੋਣਾ ਅਜੇ ਬਾਕੀ ਹੈ ਉਹ ਇਸ ਪੇਪਰ ਦੀ ਤਿਆਰੀ ਵੀ ਜ਼ਰੂਰ ਕਰਕੇ ਜਾਣ ਤਾਂ ਜੋ ਉਹਨਾਂ ਨੂੰ ਕੋਈ ਐਸੀ ਪ੍ਰੋਬਲਮ ਨਾ ਆਵੇ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਕਰ ਲਓ ਔਨ, ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਜਿਹੜੇ ਨੇ ਟਾਈਮ ਤੇ ਪਹੁੰਚ ਸਕੇ ਔਰ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕੋ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ 8th 9th ਐਂਡ 10th ਤਿੰਨੋਂ ਕਲਾਸਾਂ ਦੇ ਵੈਰੀ ਇੰਪੋਰਟੈਂਟ ਵਾਲੇ ਸੈਂਪਲ ਕੁਐਸਚਨ ਲੈ ਕੇ ਆਵਾਂਗਾ ਔਰ ਉਹਨਾਂ ਸੈਂਪਲ ਪੇਪਰ ਦੀ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਕੇ ਰੱਖਣਾ। 99% ਜਿਹੜੇ ਕੁਐਸਚਨ ਆਉਣਗੇ ਉਹ ਮੇਰੇ ਇਸ ਬਣਾਏ ਸੈਂਪਲ ਪੇਪਰ ਦੇ ਵਿੱਚੋਂ ਹੀ ਆਉਣਗੇ। ਇਹਨਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਲੈਣਾ। ਸੋ ਚਲੋ ਵੀ ਫਿਰ ਸਟਾਰਟ ਕਰਦੇ ਹਾਂ ਕਲਾਸ 9 ਦਾ ਸੈਂਪਲ ਪੇਪਰ ਸਾਇੰਸ ਦਾ। ਫਸਟ ਕੁਐਸਚਨ ਹੈ ਸਾਡੇ ਸਾਹਮਣੇ, ਵੈਨ ਡੂ ਵੀ ਸੇ ਦੈਟ ਵਰਕ ਇਜ਼ ਡਨ। ਕਹਿੰਦਾ ਵਰਕ ਇਜ਼ ਸੈਡ ਟੂ ਬੀ ਡਨ। ਕਹਿੰਦੇ ਅਸੀਂ ਉਦੋਂ ਕਹਿ ਸਕਦੇ ਹਾਂ ਕਿ ਕੰਮ ਹੋ ਗਿਆ ਵੈਨ ਅ ਫੋਰਸ ਪ੍ਰੋਡਿਊਸ ਮੋਸ਼ਨ। ਕਹਿੰਦਾ ਜਦੋਂ ਕੋਈ ਫੋਰਸ ਜਿਹੜੀ ਹੈ ਉਹ ਪ੍ਰੋਡਿਊਸ ਕਰਦੀ ਹੈ ਮੋਸ਼ਨ ਨੂੰ, ਯਾਨੀ ਕੋਈ ਚੀਜ਼ ਜਿਹੜੀ ਆ ਉਹ ਅੱਗੇ ਚੱਲਦੀ ਹੈ। ਔਰ ਜਾਂ ਵੈਨ ਫੋਰਸ ਇਜ਼ ਅਪਲਾਈਡ ਔਨ ਐਨ ਆਬਜੈਕਟ ਮੂਵਸ ਥਰੂ ਅ ਡਿਸਟੈਂਸ। ਕਹਿੰਦੇ ਜਦੋਂ ਕੋਈ ਫੋਰਸ ਇਜ਼ ਅਪਲਾਈਡ, ਜਦੋਂ ਕੋਈ ਫੋਰਸ ਅਪਲਾਈਡ ਹੁੰਦੀ ਹੈ, ਕਿਸੇ ਚੀਜ਼ ਨੂੰ ਆਪਾਂ ਤਾਕਤ ਲਗਾਉਂਦੇ ਆ, ਐਨ ਆਬਜੈਕਟ ਕਿਸੇ ਆਬਜੈਕਟ ਦੇ ਉੱਪਰ, ਮੂਵਸ ਥਰੂ ਅ ਡਿਸਟੈਂਸ। ਕਹਿੰਦੇ ਉਹ ਮੂਵ ਹੁੰਦੀ ਆ ਡਿਸਟੈਂਸ ਮਤਲਬ ਕਿ ਥੋੜੀ ਜਿਹੀ ਦੂਰ ਚਲੇ ਜਾਂਦੀ ਆ, ਇਨ ਦਾ ਡਾਇਰੈਕਸ਼ਨ ਆਫ ਐਪਲੀਕੇਸ਼ਨ ਆਫ ਫੋਰਸ। ਵੀ ਜਿਸ ਵੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਉਸ ਨੂੰ ਫੋਰਸ ਲਗਾ ਰਹੇ ਹੋ ਉਸੇ ਡਾਇਰੈਕਸ਼ਨ ਦੇ ਵਿੱਚ ਉਹ ਜਿਹੜੀ ਆਬਜੈਕਟ ਹੈ ਉਹ ਮੂਵ ਕਰ ਜਾਂਦਾ ਹੈ। ਸੈਕੰਡ ਕੁਐਸਚਨ ਹੈ ਸਾਡੇ ਸਾਹਮਣੇ, ਵਾਟ ਇਜ਼ ਦਾ ਆਡੀਬਲ ਰੇਂਜ ਆਫ ਐਵਰੇਜ ਹਿਊਮਨ ਈਅਰ। ਕਹਿੰਦੇ ਵੀ ਇੱਕ ਹਿਊਮਨ ਦੇ ਕੰਨਾਂ ਦੀ ਸੁਣਨ ਦੀ ਜਿਹੜੀ ਸ਼ਕਤੀ ਹੈ ਉਸ ਦੀ ਰੇਂਜ ਕਿੰਨੀ ਹੁੰਦੀ ਹੈ। ਸੋ ਇਸ ਦਾ ਆਨਸਰ ਹੈ ਜੀ ਬਿਟਵੀਨ 20 ਹਰਟਜ਼ ਟੂ 20,000 ਹਰਟਜ਼। ਕੁਐਸਚਨ ਨੰਬਰ 3 ਹੈ ਸਾਡੇ ਸਾਹਮਣੇ, ਹੂ ਡਿਸਕਵਰਡ ਇਲੈਕਟ੍ਰੋਨ। ਇਲੈਕਟ੍ਰੋਨ ਦੀ ਖੋਜ ਕਿਸਨੇ ਕੀਤੀ? ਤਾਂ ਆਨਸਰ ਹੈ ਜੀ ਜੇ ਥਾਮਸਨ। ਕੁਐਸਚਨ ਨੰਬਰ 4 ਹੈ ਸਾਡੇ ਸਾਹਮਣੇ, ਨੇਮ 3 ਸਬ ਐਟੋਮਿਕ ਪਾਰਟੀਕਲ ਆਫ ਐਨ ਐਟਮ। ਕਹਿੰਦੇ ਤਿੰਨ ਜਿਹੜੇ ਨੇ ਐਟੋਮਿਕ ਪਾਰਟੀਕਲ ਦੇ ਨਾਮ ਦੱਸੋ। ਤਾਂ ਪਹਿਲਾ ਹੈ ਜੀ ਸਾਡੇ ਕੋਲ ਪ੍ਰੋਟੋਨ, ਸੈਕਿੰਡ ਹੈ ਨਿਊਟਰੋਨ ਐਂਡ ਥਰਡ ਹੈ ਜੀ ਸਾਡੇ ਸਾਹਮਣੇ ਇਲੈਕਟ੍ਰੋਨ। ਕੁਐਸਚਨ ਨੰਬਰ 5 ਹੈ ਸਾਡੇ ਸਾਹਮਣੇ, ਰਾਈਟ ਦਾ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੋਨਸ ਇਨ ਸੋਡੀਅਮ ਐਟਮ। ਕਹਿੰਦੇ ਵੀ ਤੁਸੀਂ ਡਿਸਟ੍ਰੀਬਿਊਸ਼ਨ ਕਰਕੇ ਦਿਖਾਓ ਇਲੈਕਟ੍ਰੋਨ ਦੀ ਇਨ ਸੋਡੀਅਮ ਐਟਮ ਦੇ ਵਿੱਚ। ਸੋਡੀਅਮ ਐਟਮ ਦੇ ਵਿੱਚ ਜਿਹੜੇ ਇਲੈਕਟ੍ਰੋਨ ਦੇ ਟੋਟਲ ਨੰਬਰ ਹੁੰਦੇ ਨੇ ਉਹ ਕਿੰਨੇ ਹੁੰਦੇ ਨੇ ਜੀ? 11 ਹੁੰਦੇ ਨੇ। ਦਾ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੋਨ ਇਨ ਸੋਡੀਅਮ ਐਟਮ ਇਜ਼ ਗਿਵਨ। ਨੀਚੇ ਦੇਖੋ, ਫਸਟ ਔਰਬਿਟ ਔਰ ਕੇ ਸ਼ੈਲ 2 ਇਲੈਕਟ੍ਰੋਨ। ਆ ਦੇਖੋ ਜੀ, ਫਸਟ ਔਰਬਿਟ ਦੇ ਵਿੱਚ ਸਾਡੇ ਕੋਲ 2 ਇਲੈਕਟ੍ਰੋਨ ਦਿਖਾਏ ਹੋਏ ਨੇ। ਸੈਕਿੰਡ ਔਰਬਿਟ ਔਰ ਐਲ ਸ਼ੈਲ, ਜਿਹੜੀ ਸੈਕਿੰਡ ਹੈ ਉਸ ਨੂੰ ਐਲ ਕਹਿੰਦੇ ਨੇ, ਐਲ ਸ਼ੈਲ ਹੈ। ਆਹ ਦੇਖੋ ਜੀ ਇਹ ਕੇ ਸ਼ੈਲ ਹੁੰਦਾ ਹੈ। ਇਸ ਦੇ ਵਿੱਚ ਕਿੰਨੇ ਨੇ? 8 ਇਲੈਕਟ੍ਰੋਨ ਨੇ। ਦੇਖੋ ਇਹ ਦੂਜੇ ਦੇ ਵਿੱਚ 8 ਬਣੇ ਹੋਏ ਨੇ। ਐਂਡ ਥਰਡ ਔਰਬਿਟ ਔਰ ਐਮ ਸ਼ੈਲ, ਇਹ ਜਿਹੜਾ ਥਰਡ ਹੈ ਜੀ ਇਸ ਨੂੰ ਐਮ ਸ਼ੈਲ ਕਿਹਾ ਜਾਂਦਾ ਹੈ। ਔਰ 1 ਇਲੈਕਟ੍ਰੋਨ ਇਹਦੇ ਵਿੱਚ ਦੇਖੋ ਜੀ ਸ਼ੋ ਹੋ ਰਿਹਾ ਤੁਹਾਡੇ ਸਾਹਮਣੇ। ਵੀ ਕੈਨ ਰਾਈਟ, ਕਹਿੰਦਾ ਅਸੀਂ ਲਿਖ ਸਕਦੇ ਹਾਂ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੋਨ। ਕਹਿੰਦਾ ਅਸੀਂ ਇਸ ਦੀ ਵੰਡ ਕਰ ਸਕਦੇ ਹਾਂ ਇਲੈਕਟ੍ਰੋਨ ਦੀ ਇਨ ਅ ਸੋਡੀਅਮ ਐਟਮ, ਸੋਡੀਅਮ ਐਟਮ ਦੇ ਵਿੱਚ ਐਜ਼ 2 8 ਐਂਡ 1। ਠੀਕ ਹੈ ਜੀ। 6th ਕੁਐਸਚਨ ਹੈ ਸਾਡੇ ਸਾਹਮਣੇ, ਵਾਟ ਇਜ਼ ਐਟੋਮਿਕ ਨੰਬਰ। ਐਟੋਮਿਕ ਨੰਬਰ ਕੀ ਹੁੰਦਾ ਹੈ? ਦਾ ਐਟੋਮਿਕ ਨੰਬਰ ਇਜ਼ ਦਾ ਟੋਟਲ ਨੰਬਰ ਆਫ ਪ੍ਰੋਟੋਨਸ। ਕਹਿੰਦਾ ਐਟੋਮਿਕ ਨੰਬਰ ਜਿਹੜਾ ਹੈ ਉਹ ਪ੍ਰੋਟੋਨ ਦਾ ਟੋਟਲ ਨੰਬਰ ਹੁੰਦਾ ਹੈ ਪ੍ਰੈਜ਼ੈਂਟ ਇਨ ਦਾ ਐਟਮ। ਫੋਰ ਐਗਜ਼ਾਮਪਲ, ਕਹਿੰਦਾ ਐਟਮ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਦਾ ਐਟੋਮਿਕ ਨੰਬਰ ਆਫ ਸੋਡੀਅਮ ਇਜ਼ 11। ਕਹਿੰਦਾ ਜਿਵੇਂ ਸੋਡੀਅਮ ਦਾ ਐਟੋਮਿਕ ਨੰਬਰ ਕਿੰਨਾ ਹੈ? ਉਹ 11 ਹੈ। ਇਟ ਕੰਟੇਨਸ 11 ਪ੍ਰੋਟੋਨਸ। ਕਹਿੰਦਾ ਜਿਸ ਦੇ ਵਿੱਚ ਕੀ ਹੁੰਦਾ ਹੈ? 11 ਪ੍ਰੋਟੋਨ ਹੁੰਦੇ ਆ ਐਂਡ 11 ਹੀ ਇਲੈਕਟ੍ਰੋਨ ਹੁੰਦੇ ਨੇ। 7th ਕੁਐਸਚਨ ਹੈ ਸਾਡੇ ਸਾਹਮਣੇ, ਗਿਵ 2 ਐਗਜ਼ਾਮਪਲ ਆਫ ਐਕੂਏਟ ਡਿਸੀਜ਼ਸ। ਕਹਿੰਦੇ ਕੋਈ 2 ਐਗਜ਼ਾਮਪਲ ਦੇ ਦਿਓ ਗੰਭੀਰ ਬਿਮਾਰੀਆਂ ਦੀਆਂ। ਪਹਿਲਾ ਹੀ ਸਾਡੇ ਕੋਲ ਕਾਮਨ ਕੋਲਡ, ਦੂਜਾ ਟਾਈਫਾਈਡ, ਫਿਰ ਜੌਂਡਿਸ, ਕਲੋਰੀਆ ਐਂਡ ਬਰਨਸ। 8th ਕੁਐਸਚਨ ਹੈ ਸਾਡੇ ਸਾਹਮਣੇ, ਵਾਟ ਆਰ ਦਾ ਡਿਫਰੈਂਟ ਮੀਨਸ ਬਾਏ ਵਿਚ ਇਨਫੈਕਸ਼ੀਅਸ ਡਿਸੀਜ਼ਸ ਆਰ ਸਪਰੈਡ। ਕਹਿੰਦੇ ਵੀ ਕਿਹੜੀ ਬਿਮਾਰੀਆਂ ਜਿਹੜੀਆਂ ਨੇ ਉਹ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫੈਲਦੀਆਂ। ਕਹਿੰਦੇ ਡਿਸੀਜ਼ਸ ਕੈਨ ਬੀ ਸਪਰੈਡ, ਬਿਮਾਰੀਆਂ ਫੈਲ ਸਕਦੀਆਂ ਥਰੂ ਵੈਰੀਅਸ ਮੀਨਸ ਸੱਚ ਐਜ਼ 에ਅਰ ਜਿਵੇਂ ਆਪਣੀ ਹਵਾ, ਮਤਲਬ ਕਿ ਕੋਈ ਕਫ ਕਰਦਾ ਹੈ, ਜ਼ੁਕਾਮ ਹੁੰਦਾ ਹੈ, ਕਿਸੇ ਦੇ ਕੋਈ ਛਿੱਕ ਮਾਰਦਾ ਹੈ, ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਛਿੱਕ ਮਾਰਦਾ ਹੈ
ਤਾਂ ਜਿਹੜਾ ਦੂਜੇ ਬੰਦੇ ਨਾਲ ਵਾਲੇ ਬੈਠੇ ਨੂੰ ਵੀ ਜ਼ੁਕਾਮ ਹੋ ਸਕਦਾ ਹੈ, ਕਿਉਂਕਿ ਹਵਾ ਦੇ ਵਿੱਚ ਉਸਦੇ ਆਰਗੇਨਿਜ਼ਮ ਐਡ ਹੋ ਗਏ। ਸੋ ਦੂਜਾ ਆ ਗਿਆ ਵਾਟਰ ਗੰਦਾ ਪਾਣੀ ਪੀਣ ਦੇ ਨਾਲ ਆਪਾਂ ਨੂੰ ਬਿਮਾਰੀਆਂ ਹੋ ਸਕਦੀਆਂ। ਸੈਕਸ਼ੂਅਲ ਕੰਟੈਕਟ ਦੇ ਨਾਲ ਵੀ ਹੋ ਸਕਦੀਆਂ। ਬਲੱਡ ਮੀਨਸ ਖੂਨ ਜਿਹੜਾ ਆਪਣਾ ਉਹ ਗਲਤ ਚੜ ਗਿਆ ਕਿਸੇ ਨੂੰ, ਉਹਦੇ ਨਾਲ ਬਿਮਾਰੀ ਹੋ ਸਕਦੀ ਆ। ਐਂਡ ਵੈਕਟਰ ਕੀ ਹੁੰਦਾ ਹੈ? ਐਨੀਮਲ ਕਾਲਡ ਵੈਕਟਰ ਐਨੀਮਲ ਨੂੰ ਕਿਹਾ ਜਾਂਦਾ। ਮੋਸਕੀਟੋ ਸਪਰੈਡ ਮਲੇਰੀਆ, ਮੱਛਰ ਦੇ ਨਾਲ ਮਲੇਰੀਆ ਹੋ ਸਕਦਾ ਹੈ। ਨੈਕਸਟ ਪਾਰਟ ਵਿੱਚ ਦੇਖੋ ਜੀ 2 ਮਾਰਕਸ ਦੇ ਕੁਐਸਚਨ ਆਉਣਗੇ, 5 ਕੁਐਸਚਨ ਨੇ। ਕੁਐਸਚਨ ਨੰਬਰ ਫਸਟ ਹੈ ਸਾਡੇ ਸਾਹਮਣੇ, ਅ ਬੈਟਰੀ ਲਾਈਟਸ ਅ ਬੱਲਬ। ਕਹਿੰਦੇ ਇੱਕ ਜਿਹੜੀ ਬੱਲਬ ਆ ਉਹ ਬੈਟਰੀ ਦੇ ਨਾਲ ਜਗਦਾ ਹੈ। ਡਿਸਕ੍ਰਾਈਬ ਦਾ એનર્ਜੀ ਚੇਂਜਸ ਇਨਟੂ ਦਾ ਪ੍ਰੋਸੈਸ। ਕਹਿੰਦੇ ਤੁਸੀਂ ਇਸ ਦੀ એનર્ਜੀ ਦਾ ਸਾਨੂੰ ਡਿਸਕ੍ਰਾਈਬ ਕਰੋ, ਇਸ ਦੇ ਵਿੱਚ ਕਿਵੇਂ ਚੇਂਜਸ ਹੁੰਦੀਆਂ। ਕਹਿੰਦਾ ਵੈਨ ਅ ਬੱਲਬ ਇਜ਼ ਕਨੈਕਟਡ ਟੂ ਅ ਬੈਟਰੀ। ਕਹਿੰਦੇ ਜਦੋਂ ਕੋਈ ਬੱਲਬ ਬੈਟਰੀ ਨਾਲ ਕਨੈਕਟ ਹੋ ਜਾਂਦਾ ਹੈ, then the chemical energy of the battery is transferred into electrical energy। ਕਹਿੰਦੇ ਫਿਰ ਜਿਹੜੀ ਬੈਟਰੀ ਦੇ ਵਿੱਚ ਕੈਮੀਕਲ એનર્ਜੀ ਹੁੰਦੀ ਹੈ ਉਹ ਟਰਾਂਸਫਰ ਹੋ ਜਾਂਦੀ ਹੈ ਕਿਸ ਦੇ ਵਿੱਚ? ਇਲੈਕਟ੍ਰੀਕਲ એનર્ਜੀ ਦੇ ਵਿੱਚ ਟਰਾਂਸਫਰ ਹੋ ਜਾਂਦੀ ਹੈ। when the bulb receives this electrical energy। ਕਹਿੰਦੇ ਫਿਰ ਜਦੋਂ ਇਹ ਬੱਲਬ ਹੈ ਇਹ ਇਲੈਕਟ੍ਰੀਕਲ એનર્ਜੀ ਜਿਹੜੀ ਹੈ ਰਿਸੀਵ ਕਰਦਾ ਹੈ, then it converts। ਕਹਿੰਦੇ ਫਿਰ ਕਨਵਰਟ ਹੋ ਜਾਂਦੀ ਹੈ ਕਿਸ ਦੇ ਵਿੱਚ ਜੀ? ਇਟ ਇਨਟੂ ਲਾਈਟ। ਫਿਰ ਇਹ ਲਾਈਟ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਐਂਡ ਹੀਟ એનર્ਜੀ, ਤੇ ਹੀਟ ਦਿੰਦੀ ਹੈ ਤੇ ਬੱਲਬ ਸਾਡਾ ਜਗ ਜਾਂਦਾ ਹੈ। ਹੈਂਸ ਦਾ ਟਰਾਂਸਫਰਮੇਸ਼ਨ ਆਫ એનર્ਜੀ ਇਨ ਦਾ ਗਿਵਨ ਸਿਚੁਏਸ਼ਨ। ਇਹ ਜਿਹੜੀ ਸਿਚੁਏਸ਼ਨ ਬਣ ਕੇ ਆਈ ਹੈ ਇਸ ਨੂੰ ਨੀਚੇ ਰਿਪਰੈਜ਼ੈਂਟ ਕੀਤਾ ਗਿਆ। ਦੇਖੋ ਪਹਿਲਾਂ ਕੈਮੀਕਲ એનર્ਜੀ, ਫਿਰ ਉਸ ਤੋਂ ਬਾਅਦ ਇਲੈਕਟ੍ਰੀਕਲ એનર્ਜੀ ਚੇਂਜ ਹੋ ਗਈ, ਫਿਰ ਉਸ ਤੋਂ ਬਾਅਦ ਲਾਈਟ એનર્ਜੀ, ਫਿਰ ਉਸ ਤੋਂ ਬਾਅਦ ਹੀਟ એનર્ਜੀ। ਜਦੋਂ ਹੀਟ ਆ ਗਈ ਫਿਰ ਸਾਡਾ ਬੱਲਬ ਜਿਹੜਾ ਇਹ ਜਗ ਗਿਆ। ਸੈਕਿੰਡ ਕੁਐਸਚਨ ਹੈ ਸਾਡੇ ਸਾਹਮਣੇ, ਵਾਟ ਇਜ਼ ਅ ਸਾਊਂਡ ਐਂਡ ਹਾਊ ਇਟ ਇਜ਼ ਪ੍ਰੋਡਿਊਸਡ। ਕਹਿੰਦੇ ਸਾਊਂਡ ਕੀ ਹੁੰਦੀ ਹੈ, ਆਵਾਜ਼ ਕੀ ਹੁੰਦੀ ਹੈ ਤੇ ਇਹ ਕਿਵੇਂ ਪ੍ਰੋਡਿਊਸ ਹੁੰਦੀ ਹੈ। ਦੇਖੋ ਆਨਸਰ ਕੀ ਹੈ? ਸਾਊਂਡ ਇਜ਼ ਅ ਫਾਰਮ ਆਫ એનર્ਜੀ ਵਿਚ ਪ੍ਰੋਡਿਊਸਿਸ ਹੀਅਰਿੰਗ ਸੈਂਸੇਸ਼ਨ ਇਨ ਆਵਰ ਈਅਰਸ। ਕਹਿੰਦੇ ਸਾਊਂਡ ਇੱਕ એનર્ਜੀ ਹੈ ਵਿਚ ਪ੍ਰੋਡਿਊਸ ਹੀਅਰਿੰਗ ਸੈਂਸੇਸ਼ਨ, ਜਿਹੜੀ ਹੈ ਕੀ ਕਰਦੀ ਆ? ਉਹ ਪ੍ਰੋਡਿਊਸ ਕਰਦੀ ਆ ਸੁਣਨ ਦੀ ਸੈਂਸੇਸ਼ਨ ਨੂੰ ਇਨ ਆਵਰ ਈਅਰਸ, ਸਾਡੇ ਕੰਨਾਂ ਦੇ ਵਿੱਚ। ਨੈਕਸਟ ਦੇਖਦੇ ਹਾਂ ਜੀ, ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਈਬ੍ਰੇਸ਼ਨ ਆਫ ਐਨ ਆਬਜੈਕਟ। ਕਹਿੰਦੇ ਸਾਊਂਡ ਜਿਹੜੀ ਹੈ ਉਹ ਕਿਸੇ ਵਸਤੂ ਦੀ, ਕਿਸੇ ਆਬਜੈਕਟ ਦੀ ਵਾਈਬ੍ਰੇਸ਼ਨ ਦੁਆਰਾ ਪੈਦਾ ਹੁੰਦੀ ਹੈ। ਵੈਨ ਐਨ ਆਬਜੈਕਟ ਵਾਈਬ੍ਰੇਟ। ਕਹਿੰਦੇ ਜਦੋਂ ਕੋਈ ਆਬਜੈਕਟ ਵਾਈਬ੍ਰੇਟ ਕਰਦਾ ਹੈ, ਇਟ ਫੋਰਸਿਸ ਦਾ ਪਾਰਟੀਕਲਸ ਆਫ ਮੀਡੀਅਮ ਅਰਾਊਂਡ ਇਟ ਟੂ ਆਲਸੋ ਵਾਈਬ੍ਰੇਟ। ਤਾਂ ਕਹਿੰਦਾ ਇਹ ਆਪਣੇ ਆਲੇ ਦੁਆਲੇ ਦੇ ਕਣਾਂ ਨੂੰ ਵੀ ਵਾਈਬ੍ਰੇਟ ਕਰਨ ਦੀ ਪ੍ਰਕਿਰਿਆ ਦੇ ਦਿੰਦਾ ਹੈ। ਦੇ ਕੋਜ਼ ਦਾ ਨੇਬਰਿੰਗ ਪਾਰਟੀਕਲਸ ਟੂ ਵਾਈਬ੍ਰੇਟ। ਤਾਂ ਜੋ ਉਹਨਾਂ ਦੇ ਜਿਹੜੇ ਨੇਬਰਿੰਗ ਪਾਰਟੀਕਲਸ, ਉਹਨਾਂ ਦੇ ਗੁਆਂਢੀ ਜਿਹੜੇ ਕਣਾਂ ਨੂੰ ਵੀ ਵਾਈਬ੍ਰੇਟ ਕੀਤਾ ਜਾ ਸਕੇ। ਐਂਡ ਸੋ ਔਨ ਦਿਸ ਪ੍ਰੋਸੈਸ ਕੰਟੀਨਿਊਸ ਅੰਟਿਲ ਦਾ ਵਾਈਬ੍ਰੇਸ਼ਨਲ ਰੀਚਡ ਦਾ ਪਰਸਨਸ ਈਅਰ। ਕਹਿੰਦੇ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਇਹ ਵਾਈਬ੍ਰੇਸ਼ਨਲ ਪਰਸਨ ਤੱਕ ਨਹੀਂ ਪਹੁੰਚ ਜਾਂਦੀ। ਐਂਡ ਵੀ ਆਰ ਏਬਲ ਟੂ ਹੀਅਰ ਦਾ ਸਾਊਂਡ, ਅਤੇ ਅਸੀਂ ਸੁਣਨ ਦੇ ਯੋਗ ਹੋ ਜਾਂਦੇ ਹਾਂ। ਥਰਡ ਕੁਐਸਚਨ ਹੈ ਸਾਡੇ ਸਾਹਮਣੇ, ਗਿਵਨ ਐਨੀ 2 ਯੂਜ਼ਸ ਆਫ ਆਈਸੋਟੋਪਸ। ਕਹਿੰਦੇ ਕੋਈ 2 ਯੂਜ਼ਸ ਦੱਸੋ ਆਈਸੋਟੋਪ ਦੇ। ਫਸਟ ਯੂਜ਼ਸ ਹੈ 1 ਆਈਸੋਟੋਪ ਆਫ ਯੂਰੇਨੀਅਮ। ਕਹਿੰਦਾ ਇੱਕ ਜਿਹੜਾ ਯੂਰੇਨੀਅਮ ਦਾ ਆਈਸੋਟੋਪ ਹੈ ਇਹ ਯੂਜ਼ ਕੀਤਾ ਜਾਂਦਾ ਐਜ਼ ਅ ਫਿਊਲ ਇਨ ਨਿਊਕਲੀਅਰ ਰਿਐਕਟਰ। ਨਿਊਕਲੀਅਰ ਰਿਐਕਟਰ ਦੇ ਵਿੱਚ ਫਿਊਲ ਦੇ ਵਜੋਂ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਹੈ ਜੀ 1 ਆਈਸੋਟੋਪ ਆਫ ਕੋਬਾਲਟ ਇਜ਼ ਯੂਜ਼ਡ। ਕਹਿੰਦੇ ਜਿਹੜੇ ਦੂਜਾ ਆਈਸੋਟੋਪ ਹੈ ਕੋਬਾਲਟ ਦਾ ਉਹ ਯੂਜ਼ ਕੀਤਾ ਜਾਂਦਾ ਹੈ ਕਿਸ ਦੇ ਵਿੱਚ? ਟ੍ਰੀਟਮੈਂਟ ਆਫ ਕੈਂਸਰ। ਕੈਂਸਰ ਦੇ ਟ੍ਰੀਟਮੈਂਟ ਵਿੱਚ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਫਿਫਥ ਕੁਐਸਚਨ ਹੈ ਜੀ, ਸਟੇਟ ਐਨੀ 2 ਕੰਡੀਸ਼ਨ ਐਸੈਂਸ਼ੀਅਲ ਫॉर ਗੁੱਡ ਹੈਲਥ। ਕਹਿੰਦੇ 2 ਕੰਡੀਸ਼ਨਾਂ ਦੱਸੋ ਜਿਹੜੀ ਜ਼ਰੂਰੀ ਨੇ ਗੁੱਡ ਹੈਲਥ ਦੇ ਲਈ। ਗੁੱਡ ਹੈਲਥ ਲੀਡਸ ਟੂ ਗੁੱਡ ਲਾਈਫ। ਕਹਿੰਦੇ ਗੁੱਡ ਹੈਲਥ ਜਿਹੜੀ ਹੈ ਬੰਦੇ ਦੀ, ਉਸ ਦੇ ਨਾਲ ਹੀ ਉਸਦੀ ਗੁੱਡ ਜ਼ਿੰਦਗੀ ਹੁੰਦੀ ਹੈ। ਇਫ ਵਨ ਇਜ਼ ਹੈਲਦੀ, ਜੇ ਉਹ ਹੈਲਦੀ ਹੈ। ਹੁਣ ਨੰਬਰ ਫਸਟ ਹੈ ਕੀ ਕੰਡੀਸ਼ਨ ਹੈ ਜੀ? ਬੈਲੈਂਸ ਡਾਈਟ ਐਂਡ ਰੈਗੂਲਰ ਐਕਸਰਸਾਈਜ਼। ਕਹਿੰਦੇ ਆਪਣੀ ਜਿਹੜੀ ਡਾਈਟ ਹੈ ਉਹ ਬੈਲੈਂਸ ਹੋਣੀ ਚਾਹੀਦੀ ਹੈ। ਸਾਡੇ ਵਾਂਗ ਨਹੀਂ ਕਿ ਜਿਹੜਾ ਕੁਲਚਾ ਹੁੰਦਾ ਆਣ ਦਿਓ, ਜਿਹੜੀ ਟਿੱਕੀ ਆਉਂਦੀ ਆਉਣ ਦਿਓ, ਜਿਹੜੀ ਚਾਪ ਆਉਂਦੀ ਆਣ ਦਿਓ। ਇਹ ਨਹੀਂ ਵੀ ਜੋ ਕਿਸੇ ਯਾਰ ਦੋਸਤ ਨੇ ਕਹਿਤਾ ਤੇ ਉਹ ਚੁੱਪ ਕਰਕੇ ਖਾ ਲਿਆ। ਇਸ ਦੇ ਲਈ ਹੀ ਅਸੀਂ ਜਿਹੜੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ, ਛੋਟੀ ਉਮਰ ਦੇ ਵਿੱਚ ਵੀ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ। ਨੈਕਸਟ ਹੈ ਜੀ ਆਪਣੇ ਕੋਲ ਅਵੇਅਰਨੈਸ ਅਬਾਊਟ ਡਿਸੀਜ਼ਜ਼। ਬਿਮਾਰੀਆਂ ਪ੍ਰਤੀ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ। ਐਂਡ ਦੇਅਰ ਇਫੈਕਟ ਔਨ ਡਿਫਰੈਂਟ ਬੋਡੀਲੀ ਫੰਕਸ਼ਨ। ਤੇ ਉਹਦਾ ਜਿਹੜਾ ਇਫੈਕਟ ਹੈ ਉਹ ਬੋਡੀ ਦੇ ਡਿਫਰੈਂਟ ਫੰਕਸ਼ਨ ਦੇ ਵਿੱਚ ਪੈਂਦਾ ਹੈ। ਕਲੀਨ ਇਨਵਾਇਰਨਮੈਂਟ ਐਂਡ ਸਰਾਊਂਡਿੰਗ। ਕਹਿੰਦਾ ਸਾਡਾ ਜਿਹੜਾ ਆਲਾ ਦੁਆਲਾ ਹੈ, ਵਾਤਾਵਰਨ ਹੈ, ਉਹ ਕੀ ਹੋਣਾ ਚਾਹੀਦਾ ਹੈ? ਸਾਫ਼ ਹੋਣਾ ਚਾਹੀਦਾ ਹੈ, ਕਲੀਨ ਹੋਣਾ ਚਾਹੀਦਾ ਹੈ। ਆਨਸਰ ਹੈ ਜੀ ਇਸ ਦਾ, the energy possessed by a body by virtue of which it stays in motion।
ਕਹਿੰਦੇ ਕਿਸੇ ਸਰੀਰ ਦੇ ਵਿੱਚ, ਕਿਸੇ ਬੋਡੀ ਵਿੱਚ ਜਿਹੜੀ ਊਰਜਾ ਹੁੰਦੀ ਹੈ ਜਿਸ ਦੇ ਨਾਲ ਇਹ ਮੋਸ਼ਨ 'ਚ ਰਹਿੰਦਾ ਹੈ, ਗਤੀ 'ਚ ਰਹਿੰਦਾ ਹੈ, ਇਜ਼ ਕਾਲਡ ਕਾਈਨੈਟਿਕ એનર્ਜੀ। ਇਸੇ ਨੂੰ ਹੀ ਕਾਈਨੈਟਿਕ એનર્ਜੀ ਕਿਹਾ ਜਾਂਦਾ ਹੈ। ਦ ਐਕਸਪ੍ਰੈਸ਼ਨ ਫॉर ਕਾਈਨੈਟਿਕ એનર્ਜੀ ਇਜ਼ ਗਿਵਨ ਬਾਏ, ਕਹਿੰਦੇ ਜਿਹੜੇ ਕਾਈਨੈਟਿਕ એનર્ਜੀ ਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਕਿਵੇਂ, k = 1/2 mv², ਵੇਅਰ m ਇਜ਼ ਦਾ ਮਾਸ ਐਂਡ v ਇਜ਼ ਦਾ ਵੈਲੋਸਿਟੀ ਆਫ ਦਾ ਬੋਡੀ। ਕਹਿੰਦਾ ਜਿੱਥੇ m ਹੈ ਉਹ ਮਾਸ ਨੂੰ ਰਿਪਰੈਜ਼ੈਂਟ ਕਰਦਾ ਹੈ ਐਂਡ ਜਿਹੜਾ v ਹੈ ਇਹ ਵੈਲੋਸਿਟੀ ਨੂੰ रिप्रेजेंट करता है। नेक्स्ट क्वेश्चन है जी, व्हाट इज रिवर्बरेशन, हाउ कैन इट टू बी रिड्यूस्ड। कहते रिवर्बरेशन की हुंदा है ते किवें रिड्यूस किया जा सकता है। रिवर्बरेशन इज अ प्रोसेस ऑफ परसिस्टेंस ऑफ साउंड ड्यू टू रिपीटेड रिफ्लेक्शन। कहते रिवर्बरेशन इज अ प्रोसेस, कहते एक प्रोसेस है किसका, परसिस्टेंस ऑफ साउंड, साउंड नू परसिस्टेंस रहन दा, उस नू जिहड़ी साउंड है वो रुकी रहिंदी है, इको दे विच रहिंदी है, ड्यू टू रिपीटेड रिफ्लैक्शन, ਜਦੋਂ ਉਸਦੀ ਰਿਫਲੈਕਸ਼ਨ ਜਿਹੜੀ ਰਿਪੀਟ ਹੁੰਦੀ ਹੈ। ਜਿਵੇਂ ਦੇਖੋ ਇਹ ਪਿਕਚਰ ਵਿੱਚ ਦੇਖ ਸਕਦੇ ਹੋ, ਇਹ ਜਿਹੜੀ ਕੋਈ ਬੰਦਾ ਫੋਨ ਤੇ ਗੱਲ ਕਰ ਰਿਹਾ, ਇਸ ਦੀ ਜਿਹੜੀ ਆਵਾਜ਼ ਹੈ ਉਹ ਇਕੋ ਦੇ ਨਾਲ ਟਕਰਾ ਕੇ, ਇਹਨਾਂ ਕੋਈ ਵਾਲਸ ਦੇ ਨਾਲ ਟਕਰਾ ਕੇ, ਕੋਈ ਫਰਸ਼ ਦੇ ਨਾਲ ਟਕਰਾ ਕੇ, ਜਿਸ ਦੀ ਰਿਫਲੈਕਟ ਹੋ ਕੇ ਇਹ ਦੂਜੇ ਬੰਦੇ ਦੇ ਕੰਨਾਂ ਤੱਕ ਪਹੁੰਚ ਰਹੀ ਆ। ਕਹਿੰਦਾ ਇਨ ਅ ਬਿਗ ਹਾਲ ਦਾ ਸਾਊਂਡ ਗੈਟਸ ਰਿਫਲੈਕਟਡ ਇਨਸਾਈਡ ਦਾ ਹਾਲ। ਕਹਿੰਦਾ ਇੱਕ ਬਿਗ ਹਾਲ ਦੇ ਵਿੱਚ ਸਾਊਂਡ ਜਿਹੜੀ ਰਿਫਲੈਕਟ ਹੁੰਦੀ ਹੈ ਮਲਟੀਪਲ ਟਾਈਮ ਬਾਰ-ਬਾਰ। ਦਾ ਰਿਪੀਟਡ ਰਿਫਲੈਕਸ਼ਨ ਡੈਟ ਰਿਜ਼ਲਟ ਇਨ ਦਿਸ ਪਰਸਿਸਟੈਂਸ ਆਫ ਸਾਊਂਡ ਇਜ਼ ਕਾਲਡ ਰਿਵਰਬਰੇਸ਼ਨ। ਤਾਂ ਇਸ ਰਿਪੀਟਡ ਰਿਫਲੈਕਸ਼ਨ ਨੂੰ ਅਸੀਂ ਕੀ ਕਹਿੰਦੇ ਆ, ਰਿਵਰਬਰੇਸ਼ਨ ਕਹਿ ਦਿੰਦੇ ਆ। ਹੁਣ ਇਸ ਨੂੰ ਰਿਡਿਊਸ ਕਰਨ ਦੇ ਮੈਥਡ ਕੀ ਨੇ। ਨੰਬਰ 1 ਤੇ ਆ ਪ੍ਰੋਵਾਈਡਿੰਗ ਓਪਨ ਵਿੰਡੋਜ਼ ਇਨ ਦਾ ਸਪੇਸ। ਕਹਿੰਦੇ ਤੁਹਾਡੇ ਕੋਲ ਜਿਹੜੀ ਵੀ ਸਪੇਸ ਹੈ, ਕੋਈ ਰੂਮ ਹੈ, ਕੋਈ ਹਾਲ ਹੈ, ਉਸ ਦੇ ਵਿੱਚ ਤੁਸੀਂ ਪ੍ਰੋਵਾਈਡ ਕਰੋ ਓਪਨ ਵਿੰਡੋਜ਼ ਨੂੰ ਓਪਨ ਕਰਕੇ ਰੱਖੋ। ਪ੍ਰੋਵਾਈਡਿੰਗ ਹੈਵੀ ਕਰਟਨਸ, ਤੁਸੀਂ ਹੈਵੀ ਕਰਟਨਸ ਲਗਾ ਕੇ ਰੱਖੋ ਵਿਦ ਫੋਲਡ, ਉਸ ਨੂੰ ਫੋਲਡ ਕਰਕੇ, ਸੋ ਦੈਟ ਦਾ ਸਾਊਂਡ ਗੈਟਸ ਅਬਜ਼ੋਰਬਡ, ਤਾਂ ਜੋ ਜਿਹੜੀ ਸਾਊਂਡ ਹੈ ਅਬਜ਼ੋਰਬ ਹੋ ਸਕੇ। ਨੰਬਰ 3 ਤੇ ਕੀ ਆ, ਬਾय ਕਵਰਿੰਗ ਦਾ ਵਾਲਸ। ਕਹਿੰਦੇ ਆਪਣੇ ਵਾਲ ਨੂੰ ਤੁਸੀਂ ਕਵਰਿੰਗ ਕਰਕੇ ਰੱਖੋ, ਕੰਧਾਂ ਨੂੰ ਕਵਰ ਕਰਕੇ ਰੱਖੋ, ਐਂਡ ਰੂਫ ਛੱਤ ਨੂੰ ਵੀ, ਵਿਦ ਸਾਊਂਡ ਐਬਜ਼ੋਰਬੈਂਟ ਮਟੀਰੀਅਲ, ਜਿਹੜਾ ਕਹਿੰਦਾ ਐਸਾ ਮਟੀਰੀਅਲ ਜਿਹੜਾ ਸਾਊਂਡ ਨੂੰ ਅਬਜ਼ੋਰਬ ਕਰ ਲੇ, ਲਾਈਕ ਕੰਪਰੈਸਡ ਫਾਇਰਬੋਰਡ। ਕਹਿੰਦਾ ਜਿਵੇਂ ਕੰਪਰੈਸਡ ਫਾਇਰਬੋਰਡ, ਰਫ ਪਲਾਸਟਰ ਐਟਸੈਟਰਾ। ਨੈਕਸਟ ਕੁਐਸਚਨ ਹੈ ਜੀ, ਵਾਈ ਆਰ ਦਾ ਸੀਲਿੰਗ ਆਫ ਕੰਸਰਟ ਕਰਵਡ। ਕਹਿੰਦੇ ਜਿਹੜੇ ਮਿਊਜ਼ਿਕ ਵਾਲਾ ਐਡੀਟੋਰੀਅਮ ਹੁੰਦਾ ਉਹ ਕਰਵਡ ਕਿਉਂ ਹੁੰਦਾ ਹੈ। ਦੇਖੋ ਇਹ ਮੈਂ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਇਆ ਹੋਇਆ, ਇੱਕ ਜਿਵੇਂ ਸਟੇਜ ਹੈ, ਠੀਕ ਹੈ ਜੀ, ਇਹ ਕਰਵ ਦੇ ਵਿੱਚ ਹੈ। ਇਹ ਕਰਵ ਦੇ ਵਿੱਚ ਕਿਉਂ ਹੁੰਦੀ ਹੈ। ਦਾ ਸੀਲਿੰਗ ਆਫ ਕੰਸਰਟ ਹਾਲਸ ਆਰ ਮੇਡ ਕਰਵਡ। ਕਹਿੰਦਾ ਜਿਹੜਾ ਸੀਲਿੰਗ ਆਫ ਕੰਸਰਟ ਹਾਲ ਨੇ ਇਹ ਕਰਵਡ 'ਚ ਬਣੇ ਹੁੰਦੇ ਨੇ, ਸੋ ਦੈਟ ਸਾਊਂਡ ਆਫਟਰ ਰਿਫਲੈਕਸ਼ਨ ਫਰੋਮ ਦਾ ਕਰਵਡ ਸੀਲਿੰਗ। ਕਹਿੰਦੇ ਤਾਂ ਜੋ ਜਿਹੜੀ ਸਾਊਂਡ ਹੈ ਉਹ ਰਿਫਲੈਕਟ ਹੋ ਕੇ ਕਰਵਡ ਸੀਲਿੰਗ ਦੇ ਨਾਲ ਰੀਚਿਸ ਆਲ ਦਾ ਪਾਰਟਸ ਆਫ ਦਾ ਹਾਲ। ਕਹਿੰਦੇ ਹਾਲ ਦੇ ਹਰ ਇੱਕ ਪਾਰਟ ਤੱਕ ਪਹੁੰਚ ਸਕੇ। ਅ ਕਰਵਡ ਸੀਲਿੰਗ ਐਕਚੁਅਲੀ ਐਕਟਸ ਲਾਈਕ ਲਾਰਜ ਕਨਕੇਵ ਸਾਊਂਡ ਬੋਰਡ। ਕਹਿੰਦੇ ਜਿਹੜੀ ਐਕਚੁਅਲ ਦੇ ਵਿੱਚ ਕਰਵਡ ਸੀਲਿੰਗ ਹੁੰਦੀ ਆ, ਇਹ ਐਕਚੁਅਲੀ ਐਕਟ ਕਰਦੀ ਹੈ ਕਿਵੇਂ, ਲਾਈਕ ਲਾਰਜ ਕਨਕੇਵ ਸਾਊਂਡ ਬੋਰਡ, ਇੱਕ ਵੱਡਾ ਕਨਕੇਵ ਸਾਊਂਡ ਬੋਰਡ ਜਿਵੇਂ ਹੁੰਦਾ ਇਹ ਉਸ ਤਰ੍ਹਾਂ ਰਿਐਕਟ ਕਰਦੀ ਹੈ। ਐਂਡ ਰਿਫਲੈਕਟ ਸਾਊਂਡ ਡਾਊਨ, ਤੇ ਇਹ ਸਾਊਂਡ ਨੂੰ ਰਿਫਲੈਕਟ ਕਰਦੀ ਹੈ ਔਨ ਟੂ ਦਾ ਆਡੀਅੰਸ ਸਿਟਿੰਗ ਇਨ ਦਾ ਹਾਲ। ਜਿਹੜੀ ਆਡੀਅੰਸ ਬੈਠੀ ਹੁੰਦੀ ਆ ਹਾਲ ਦੇ ਵਿੱਚ, ਇਹ ਉਸ ਨੂੰ ਰਿਫਲੈਕਟ ਕਰਦੀ ਹੈ, ਉਸ ਤੱਕ ਚੰਗੀ ਤਰ੍ਹਾਂ ਆਵਾਜ਼ ਜਿਹੜੀ ਆ ਉਹ ਪਹੁੰਚਾ ਦਿੰਦੀ। ਨੈਕਸਟ ਕੁਐਸਚਨ ਹੈ ਜੀ, ਡਰਾ ਬੋਸ ਐਟੋਮਿਕ ਸਟਰਕਚਰ ਆਫ ਕਾਰਬਨ, ਆਕਸੀਜਨ ਐਂਡ ਐਲੂਮੀਨੀਅਮ। ਕਹਿੰਦੇ ਇੱਕ ਸਟਰਕਚਰ ਬਣਾ ਕੇ ਦਿਖਾਓ ਸਾਨੂੰ ਕਾਰਬਨ ਦਾ, ਆਕਸੀਜਨ ਦਾ, ਐਲੂਮੀਨੀਅਮ ਦਾ। ਤਾਂ ਦੇਖੋ ਜੀ ਇਹ ਕਾਰਬਨ ਦਾ ਸਟਰਕਚਰ ਬਣਿਆ ਹੋਇਆ, ਇਹ ਆਕਸੀਜਨ ਦਾ ਬਣਿਆ ਹੋਇਆ, ਐਂਡ ਇਹ ਐਲੂਮੀਨੀਅਮ ਦਾ ਬਣਿਆ ਹੋਇਆ, ਠੀਕ ਹੈ ਜੀ। ਨੈਕਸਟ ਹੈ ਸਾਡੇ ਸਾਹਮਣੇ 5 ਮਾਰਕਸ ਕੁਐਸਚਨ ਹੈ ਜੀ। ਫਸਟ ਕੁਐਸਚਨ ਹੈ ਜੀ, ਉਹਦੇ ਵਿੱਚ ਵਾਟ ਇਜ਼ ਦਾ ਪਾਵਰ ਕੀ ਹੁੰਦੀ ਹੈ। ਡਿਫਾਈਨ 1 ਵਾਟ ਆਫ ਪਾਵਰ। ਲੈਂਪ ਕੰਜ਼ਿਊਮਸ 1000 ਜੂਲਸ ਆਫ ਇਲੈਕਟ੍ਰੀਕਲ એનર્ਜੀ ਇਨ 10 ਸੈਕਿੰਡ। ਵਾਟ ਇਜ਼ ਦਾ ਪਾਵਰ। ਕਹਿੰਦੇ ਇੱਕ ਲੈਂਪ ਜਿਹੜਾ ਉਹ 1000 ਜੂਲ ਕੰਜ਼ਿਊਮ ਕਰਦਾ ਤਾਂ 10 ਸੈਕਿੰਡ ਦੇ ਵਿੱਚ। ਵਾਟ ਇਜ਼ ਦਾ ਪਾਵਰ, ਤਾਂ ਇਸ ਦੀ ਪਾਵਰ ਕੀ ਹੋਏਗੀ। ਦੇਖੋ ਇਸ ਨੂੰ ਸੋਲਵ ਕਰਨ ਦੇ ਲਈ ਫਾਰਮੂਲਾ ਲੱਗਦਾ ਹੈ, ਪਾਵਰ ਇਜ਼ ਇਕੁਅਲ ਟੂ એનર્ਜੀ अपॉन टाइम। पावर ऑफ एनर्जी ਸਾਨੂੰ ਦਿੱਤੀ ਹੈ 1000, ਟਾਈਮ ਸਾਡੇ ਕੋਲ ਹੈਗਾ 10 ਸੈਕਿੰਡ। ਪਾਵਰ ਕੀ ਹੋਗੀ, 0 ਨਾਲ ਦੇਖੋ 0 ਦੀ ਕਟਿੰਗ ਹੋ ਗਈ ਤਾਂ ਕੀ ਹੋ ਗਿਆ ਸਾਡੇ ਕੋਲ 100 ਜੂਲਸ ਪਰ ਸੈਕਿੰਡ ਜਿਹੜਾ ਸਾਡੇ ਕੋਲ ਬਚ ਗਿਆ। ਸੋ ਪਾਵਰ ਹੋ ਗਈ ਸਾਡੇ ਕੋਲ 100 ਵਾਟਸ। ਨੈਕਸਟ ਕੁਐਸਚਨ ਹੈ ਜੀ, what is immunization, what are the immunization program available at the nearest health center in your locality। ਕਹਿੰਦੇ immunization ਕੀ ਹੁੰਦਾ ਹੈ,
what are the immunization program available at the nearest health center in your locality। ਕਹਿੰਦੇ ਕਿਹੜੇ ਪ੍ਰੋਗਰਾਮ ਜਿਹੜੇ ਨੇ ਤੁਹਾਡੇ ਨੇੜੇ ਇਲਾਕੇ ਦੇ ਵਿੱਚ ਚੱਲ ਰਹੇ ਨੇ, and which of these diseases are the major health problems in your area। ਤੇ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ, ਵੱਡੀਆਂ ਬਿਮਾਰੀਆਂ ਨੇ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਹੈਗੀਆਂ ਨੇ। ਸੋ ਦੇਖੋ ਆਨਸਰ ਦੇਖਦੇ ਹਾਂ ਜੀ, ਇਟ ਇਜ਼ ਆਲਸੋ ਕਾਲਡ ਵੈਕਸੀਨੇਸ਼ਨ। ਇਮਿਊਨਾਈਜੇਸ਼ਨ ਨੂੰ ਅਸੀਂ ਵੈਕਸੀਨੇਸ਼ਨ ਵੀ ਕਹਿੰਦੇ ਆ। ਇਹ ਕੀ ਹੁੰਦਾ, ਇੱਕ ਪ੍ਰੋਸੈਸ ਹੁੰਦਾ ਬਾਏ ਵਿਚ ਅ ਪਰਸਨ ਬਿਕਮਸ ਪ੍ਰੋਟੈਕਟਡ ਅਗੇਂਸਟ ਅ ਡਿਸੀਜ਼ ਥਰੂ ਵੈਕਸੀਨੇਸ਼ਨ। ਕਹਿੰਦਾ ਇੱਕ ਪ੍ਰੋਸੈਸ ਹੁੰਦਾ ਜਿਸ ਦੇ ਵਿੱਚ ਕੀ ਹੁੰਦਾ, ਬੰਦੇ ਨੂੰ, ਕਿਸੇ ਪਰਸਨ ਨੂੰ ਵੈਕਸੀਨੇਸ਼ਨ ਦੇ ਕੇ ਉਸ ਨੂੰ ਬਿਮਾਰੀ ਤੋਂ ਬਚਾਇਆ ਜਾਂਦਾ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਆਇਆ ਸੀ, ਕਰੋਨਾ ਤੋਂ ਬਾਅਦ ਫਿਰ ਵੈਕਸੀਨੇਸ਼ਨ ਕੱਢੀ ਗਈ, ਉਹ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਵਧਾ ਦਿੰਦੀ ਸੀ। ਪ੍ਰੋਗਰਾਮ ਕਿਹੜੇ ਚੱਲ ਰਹੇ ਨੇ ਸਾਡੇ ਇਲਾਕੇ ਦੇ ਵਿੱਚ, ਇਮਿਊਨਾਈਜੇਸ਼ਨ ਫॉर ਇਨਫੈਂਟਸ। ਇਨਫੈਂਟਸ ਲਈ ਕਿਹੜਾ ਪ੍ਰੋਗਰਾਮ ਚੱਲ ਰਿਹਾ ਜੀ, DTP, ਪੋਲੀਓ, ਮੀਲਸ, MMR ਐਟਸੈਟਰਾ। ਐਂਡ ਬੱਚਿਆਂ ਦੇ ਲਈ, ਚਿਲਡਰਨ ਦੇ ਲਈ ਟਾਈਫਾਇਡ, ਟੈਟਨਸ, ਡਿਪਥੀਰੀਆ, ਟਾਈਫਾਇਡ ਐਂਡ ਸਮਾਲ ਪੌਕਸ। ਮੇਜਰ ਹੈਲਥ ਪ੍ਰੋਬਲਮ ਕੀ ਆ ਰਹੀ ਹੈ ਸਾਨੂੰ, ਦਾ ਡਿਸੀਜ਼ ਲਾਈਕ ਮੀਲਸ, ਟਾਈਫਾਇਡ ਐਂਡ ਜੌਂਡਿਸ ਆਰ ਦਾ ਪ੍ਰਾਈਮ ਹੈਲਥ ਇਸ਼ੂ ਇਨ ਆਵਰ ਲੋਕੈਲਿਟੀ। ਇਹ ਜਿਹੜੀ ਬਿਮਾਰੀਆਂ ਨੇ ਸਾਡੇ ਲੋਕੈਲਿਟੀ ਦੇ ਵਿੱਚ ਇਹ ਗੰਭੀਰ ਰੋਗ ਨੇ। ਆਈ ਹੋਪ ਤੁਹਾਨੂੰ ਮੇਰਾ ਇਹ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਹੋਵੇਗਾ। ਜੇ ਤੁਹਾਨੂੰ ਮੇਰਾ ਇਹ ਪੜ੍ਹਾਉਣ ਦਾ ਤਰੀਕਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਮੇਰੀ ਇਸ ਵੀਡੀਓ ਤੇ ਕਮੈਂਟ ਕਰੋ, ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚ ਜਾਣ ਔਰ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਬਹੁਤ ਚੰਗੀ ਤਰ੍ਹਾਂ ਕਰ ਸਕੋ। ਐਂਡ ਐਗਜ਼ਾਮ ਦੀ ਤਿਆਰੀ ਦੇ ਨਾਲ ਨਾਲ ਤੁਹਾਨੂੰ ਇੱਕ ਵਧੀਆ ਨੌਲੇਜ ਵੀ ਤੁਹਾਡੇ ਅੰਦਰ ਹੋਵੇ ਤਾਂ ਜੋ ਤੁਸੀਂ ਅੱਗੇ ਜਦੋਂ ਕਿਸੇ ਕੰਪੀਟੀਸ਼ਨ ਦੇ ਵਿੱਚ ਵੀ ਜਾਓ ਤਾਂ ਤੁਹਾਨੂੰ ਪ੍ਰੋਬਲਮ ਨਾ ਆਵੇ ਕਿ ਸਾਨੂੰ ਇਹ ਚੀਜ਼ ਜਿਹੜੀ ਹੈ ਨਹੀਂ ਸਿਖਾਈ ਗਈ ਜਾਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ। ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।